ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੌਂਸਲ ਚੋਣਾਂ, ਕਿਸਾਨੀ ਘੋਲ ਦਾ ਚੋਣ ਨਤੀਜਿਆਂ ਤੇ ਪਰਛਾਵਾਂ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਮਿਹਰਬਾਨੀ ਤੁਹਾਡੀ। ਚਰਨਜੀਤ ਜੀ, 14 ਫਰਵਰੀ ਨੂੰ ਪੰਜਾਬ ਦੀ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਜਿਹੜੇ ਚੋਣਾਂ ਹੋਈਆਂ ਸੀ, ਉਹਨਾਂ ਦੇ ਨਤੀਜੇ ਤਕਰੀਬਨ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚ ਜ਼ਿਆਦਾਤਰ ਥਾਵਾਂ 'ਤੇ ਕਾਂਗਰਸ ਦੀ ਜਿੱਤ ਹੋਈ ਹੈ। ਅਸੀਂ ਜਾਣਨਾ ਚਾਹਾਂਗੇ ਵੀ ਕਿ ਇਹਨਾਂ ਚੋਣਾਂ 'ਚ ਕਾਂਗਰਸ ਦੀ ਜਿੱਤ ਅਤੇ ਵਿਰੋਧੀਆਂ ਦੇ ਹਾਰ ਦੀ ਵਜ੍ਹਾ ਕੀ ਰਹਿ ਰਹੀ ਹੈ। ਅਸਲ 'ਚ ਇਹ ਹੈਗੇ ਕਿ ਜਿਹੜੀਆਂ ਇਹ ਨਗਰ ਕੌਂਸਲ ਔਰ ਨਗਰ ਪੰਚਾਇਤਾਂ ਔਰ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਹੋਈਆਂ ਨੇ, ਇਹ ਉਸ ਵੇਲੇ ਹੋਈਆਂ ਨੇ ਜਦੋਂ ਸਾਡੇ ਸਮੁੱਚੇ ਪੰਜਾਬ 'ਚ ਜਾਂ ਹਿੰਦੁਸਤਾਨ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜਾ ਕਿਸਾਨਾਂ ਦੇ ਵਿੱਚ ਰੋਹ ਭਰਿਆ ਹੋਇਆ ਅਤੇ ਕਿਸਾਨ ਘੋਲ ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਿਹਾ ਹੈ। ਇਸ ਕਿਸਮ ਦੇ ਮਾਹੌਲ ਦੇ ਵਿੱਚ ਇਹ ਚੋਣਾਂ ਹੋਈਆਂ ਨੇ ਅਤੇ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਇਹ ਚੋਣ ਨਤੀਜੇ ਆਏ ਨੇ। ਤਾਂ ਦੇਖਿਆ ਜਾਵੇ, ਕਿਉਂਕਿ ਸੋਸ਼ਲ ਮੀਡੀਆ 'ਤੇ ਹੁਣ ਤੱਕ ਜਾਂ ਟੀਵੀ ਚੈਨਲਾਂ 'ਤੇ, ਅਖਬਾਰਾਂ ਦੀ ਵੈਬਸਾਈਟਸ 'ਤੇ ਇਹ ਰਿਜ਼ਲਟ ਤਕਰੀਬਨ ਆ ਚੁੱਕੇ ਨੇ। ਬਾਕੀ ਆ ਜਾਣੇ ਸ਼ਾਮ ਦੇ 5-6 ਵਜੇ ਤੱਕ ਜਿਹੜੀ ਰਹਿੰਦੇ ਨੇ ਬਕਾਇਆ, ਅਤੇ ਦਰਸ਼ਕ ਭਲੀ ਭਾਂਤ ਇਸ ਗੱਲ ਤੋਂ ਜਾਣੂ ਵੀ ਹੋ ਗਏ ਹੋਣਗੇ ਇਕੱਲੇ ਇਕੱਲੇ ਨਤੀਜਿਆਂ ਤੋਂ। ਤਾਂ ਅਸੀਂ ਉਸ ਗੱਲ ਦੇ ਵਿੱਚ ਬਹੁਤਾ ਨਹੀਂ ਪਵਾਂਗੇ, ਪਰ ਮੋਟੇ ਤੌਰ 'ਤੇ ਦੇਖੀਏ ਤਾਂ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ, ਸੱਤਾਧਾਰੀ ਪਾਰਟੀ ਹੈ, ਉਸ ਨੂੰ ਇਹਦੇ ਵਿੱਚ ਕਲੀਨ ਸਵੀਪ ਉਸਨੇ ਕੀਤਾ ਹੈਗਾ। ਅਤੇ ਉਹ ਇਸ ਗੱਲ ਨੂੰ ਜ਼ੋਰ ਨਾਲ ਪ੍ਰਚਾਰ ਵੀ ਰਹੀ ਹੈ ਕਿ ਇਹ ਸਾਡੀ ਸੱਤਾ ਦਾ ਜਿਹੜਾ ਸੈਮੀ ਫਾਈਨਲ ਸੀ, ਕਿ ਇਹ ਅਸੀਂ ਸੈਮੀ ਫਾਈਨਲ ਜਿੱਤ ਲਿਆ ਹੈਗਾ ਅਤੇ ਹੁਣ ਅਸੀਂ ਅਗਲੀ ਜਿਹੜੀ ਚੋਣ ਹੈਗੀ ਹੈ 2022 ਵਾਲੀ ਵਿਧਾਨ ਸਭਾ ਦੀ, ਉਹ 'ਚ ਅਸੀਂ ਫਾਈਨਲ ਮੈਚ ਹੈ ਜਿਹੜਾ ਉਹ ਖੇਡਾਂਗੇ। ਉਹ ਇਹ ਗੱਲ ਉਹਨੂੰ ਸ਼ੂਟ ਵੀ ਕਰਦੀ ਹੈਗੀ ਹੈ, ਕਿਉਂਕਿ ਉਹਨਾਂ ਦੇ ਇਹ ਗੱਲ ਪੱਖ 'ਚ ਬੈਠਦੀ ਹੈਗੀ ਹੈ। ਤਾਂ ਦੇਖਣ ਵਾਲੀ ਗੱਲ ਇਹ ਹੈ ਕਿ ਕਿਹੜੇ ਹਾਲਾਤ ਨੇ, ਕਿਹੜੀ ਵਜ੍ਹਾ ਬਣੀ ਹੈ ਜਿਹਦੇ ਕਰਕੇ ਕਾਂਗਰਸ ਨੂੰ ਏਡੀ ਵੱਡੀ ਜਿੱਤ ਮਿਲੀ ਹੈ, ਅਤੇ ਜਿਹੜੀਆਂ ਵਿਰੋਧੀ ਧਿਰਾਂ ਨੇ, ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ, ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਔਰ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਜਿਹੜੀ ਉਹ ਸਮੁੱਚੀ ਚੋਣ ਦੇ ਵਿੱਚ ਕਿਸਾਨ ਘੋਲ ਕਰਕੇ ਜਾਂ ਖੇਤੀ ਕਾਨੂੰਨਾਂ ਦੇ ਵਿਰੋਧ ਕਰਕੇ ਨਿਸ਼ਾਨੇ 'ਤੇ ਰਹੀ ਹੈ, ਅਤੇ ਉਸ ਨੂੰ ਪ੍ਰਚਾਰ ਕਰਨ ਦੇ ਵਿੱਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਅਤੇ ਉਸ ਦਾ ਤਾਂ ਬਿਲਕੁਲ ਜਿਸ ਤਰ੍ਹਾਂ ਆਪਾਂ ਕਿਆਸ ਕੀਤਾ ਸੀ ਉਸੇ ਤਰ੍ਹਾਂ ਹੀ ਹੋਇਆ। ਵੈਸੇ ਸਮੁੱਚਾ ਨਤੀਜਾ ਹੀ ਜਿਹੜਾ ਆਇਆ ਕੌਂਸਲ ਚੋਣਾਂ ਦਾ, ਜਿਸ ਤਰ੍ਹਾਂ ਅਸੀਂ ਕਿਆਸਦੇ ਸੀ, ਉਸ ਤੋਂ ਇੰਨ ਬਿੰਨ ਉਸ ਤਰ੍ਹਾਂ ਹੀ ਆਇਆ ਤਕਰੀਬਨ। ਤਾਂ ਮੋਟੇ ਤੌਰ 'ਤੇ ਜਦੋਂ ਅਸੀਂ ਆਤਿਸ਼ ਨਜ਼ਰ ਮਾਰਦੇ ਹਾਂ ਤਾਂ 2-3 ਮੈਨੂੰ ਕਾਰਨ ਜਿਹੜੇ ਕਾਂਗਰਸ ਦੀ ਜਿੱਤ ਦੇ ਸਮਝ ਪੈਂਦੇ ਨੇ। ਇੱਕ ਤਾਂ ਜਨਰਲ ਜੇ ਅਸੀਂ ਪੋਲੀਟੀਕਲ ਹਿਸਟਰੀ ਦੇਖੀਏ ਪੰਜਾਬ ਦੀ, ਕਿ ਜਦੋਂ ਵੀ ਪੰਚਾਇਤ ਚੋਣਾਂ ਹੁੰਦੀਆਂ ਜਾਂ ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਨੇ, ਕਾਰਪੋਰੇਸ਼ਨ ਦੀਆਂ ਚੋਣਾਂ ਹੁੰਦੀਆਂ ਜਾਂ ਕੋਈ ਜ਼ਿਮਨੀ ਚੋਣ ਹੁੰਦੀ ਹੈ, ਤਾਂ ਮੋਸਟਲੀ ਜਿਹੜੀ ਰੂਲਿੰਗ ਕਲਾਸ ਹੈ ਉਹੀ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਜਿੱਤ ਹੈ ਉਹ ਹਾਸਲ ਕਰਦੀ ਹੈਗੀ ਹੈ। ਤਾਂ ਉਸੇ ਤਰ੍ਹਾਂ ਹੀ ਇਹ ਰੂਲਿੰਗ ਨੇ, ਕਾਂਗਰਸ ਪਾਰਟੀ ਨੇ ਇਹ ਜਿੱਤ ਹੈ ਜਿਹੜੀ ਹਾਸਲ ਕੀਤੀ ਹੈਗੀ ਹੈ ਨਗਰ ਕੌਂਸਲ ਚੋਣਾਂ ਦੇ ਵਿੱਚ, ਕਿਉਂਕਿ ਲੋਕਾਂ ਦਾ ਇੱਕ ਜਨਰਲ ਪਰਸੈਪਸ਼ਨ ਬਣੀ ਹੁੰਦੀ ਹੈ, ਜਾਂ ਪਰਸੈਪਸ਼ਨ ਤੋਂ ਗਾਂਹ ਆਪਾਂ ਕਹਿ ਲਈਏ ਕਿ ਹਕੀਕਤ ਵੀ ਹੈ ਕਿ ਲੋਕਾਂ ਨੂੰ ਲੱਗਦਾ ਹੈ, ਖਾਸ ਕਰਕੇ ਸ਼ਹਿਰੀ ਲੋਕਾਂ ਨੂੰ ਲੱਗਦਾ ਹੈ ਕਿ ਅਗਰ ਅਸੀਂ ਰੂਲਿੰਗ ਦੇ ਪੱਖ ਦੇ ਵਿੱਚ ਨਹੀਂ ਭੁਗਤਾਂਗੇ ਤਾਂ ਉਹਦੇ ਨਾਲ ਸਾਡਾ ਜਿਹੜਾ ਸ਼ਹਿਰੀ ਵਿਕਾਸ ਹੈ, ਡਿਵੈਲਪਮੈਂਟ ਹੈ, ਉਸ 'ਤੇ ਮਾੜਾ ਪ੍ਰਭਾਵ ਪਏਗਾ। ਹੁੰਦਾ ਵੀ ਆਇਆ, ਜਿਸ ਤਰ੍ਹਾਂ ਸਾਡੇ ਕੋਲੇ ਬਠਿੰਡੇ ਦੀ ਬੜੀ ਐਗਜ਼ਾਮਪਲ ਹੈ। ਬਠਿੰਡਾ ਨਗਰ ਨਿਗਮ 'ਤੇ ਹੁਣ ਤੱਕ ਜਿਹੜੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਕਾਬਜ਼ ਰਿਹਾ ਹੈਗਾ, ਅਤੇ ਉੱਥੇ ਜਦੋਂ ਸਰਕਾਰ ਫੰਡ ਦਿੰਦੀ ਸੀ ਡਾਇਰੈਕਟ, ਉਹਨਾਂ ਨੂੰ ਫੰਡ ਨਹੀਂ ਮਿਲੇ, ਕਾਰਪੋਰੇਸ਼ਨ ਨੂੰ, ਉਸ ਧਿਰ ਨੂੰ, ਉਹ ਬਾਇਆ ਇੰਪਰੂਵਮੈਂਟ ਟਰਸਟ ਲੱਗਦੇ ਰਹੇ ਨੇ। ਤਾਂ ਇਸ ਕਿਸਮ ਦੀਆਂ ਅੜਚਨ ਤੋਂ ਲੋਕ ਭਲੀ ਭਾਂਤ ਜਾਣੂ ਹੁੰਦੇ ਨੇ, ਜਿਸ ਕਰਕੇ ਉਹ ਅਕਸਰ ਹੈ ਜਿਹੜਾ ਉਹ ਆਪਣਾ ਫੇਥ ਕਹਿ ਲਓ ਜਾਂ ਆਪਣੀ ਵੋਟ ਹੈ ਜਿਹੜੀ ਉਹ ਰੂਲਿੰਗ ਕਲਾਸ ਨੂੰ ਪਾ ਦਿੰਦੇ ਨੇ। ਇੱਕ ਵਜ੍ਹਾ ਤਾਂ ਇਹ ਬਣੀ ਹੈਗੀ ਹੈ। ਦੂਸਰੀ ਵਜ੍ਹਾ ਇਹ ਸਾਨੂੰ ਲੱਗਦੀ ਹੈਗੀ ਹੈ, ਤਾਂ ਦਿਖਦੀ ਵੀ ਹੈਗੀ ਹੈ, ਜਿਸ ਤਰ੍ਹਾਂ ਸਮਾਣੇ ਦੀ ਜਾਂ ਪਾਤੜਾਂ ਦੇ ਵਿੱਚ ਮੁੜ ਪੋਲਿੰਗ ਹੋਈ ਹੈ, ਦੁਬਾਰਾ ਹੋਈ ਹੈ, ਕਿ ਬੂਥਾਂ 'ਤੇ ਕਬਜ਼ੇ ਹੋਣ ਦੀ ਗੱਲ ਹੈ ਜਾਂ ਧੱਕੇਸ਼ਾਹੀ ਦੀ ਗੱਲ ਹੈਗੀ ਹੈ, ਕਿ ਸ਼੍ਰੋਮਣੀ ਅਕਾਲੀ ਦਲ ਵੀ ਅਤੇ ਆਮ ਆਦਮੀ ਪਾਰਟੀ ਵੀ ਇਸ ਗੱਲ ਨੂੰ ਪ੍ਰਚਾਰਦੀ ਰਹੀ ਹੈ ਕਿ ਇਹ ਚੋਣਾਂ ਲੜੀਆਂ ਨਹੀਂ ਜਾ ਰਹੀਆਂ, ਬਲਕਿ ਇਹ ਚੋਣਾਂ ਲੁੱਟੀਆਂ ਜਾ ਰਹੀਆਂ ਨੇ, ਕਿ ਸਾਡੇ ਨੋਮੀਨੇਸ਼ਨ ਪੇਪਰ ਰੱਦ ਕਰ ਦਿੱਤੇ ਹੈਗੇ ਨੇ, ਇੱਕ ਪਾਸੜ ਮੁਕਾਬਲੇ ਬਣਾ ਦਿੱਤੇ ਨੇ, ਜਾਂ ਦਹਿਸ਼ਤ ਦਾ ਮਾਹੌਲ ਐਡਾ ਵੱਡਾ ਖੜਾ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਦੀ ਗੱਡੀ 'ਤੇ
ਹਮਲਾ ਹੁੰਦਾ ਹੈ, ਰੋਪੜ 'ਚ ਡਾਂਗਾਂ ਚੱਲਦੀਆਂ ਹੈਗੀਆਂ ਨੇ, ਪੱਟੀ 'ਚ ਗੋਲੀ ਚੱਲਦੀ ਹੈਗੀ ਹੈ, ਸਮਾਣਾ 'ਚ ਬੂਥ ਕੈਪਚਰਿੰਗ ਹੁੰਦੀ ਹੈ। ਇਹ ਵਿਰੋਧੀ ਧਿਰਾਂ ਦਾ ਵੀ ਇਲਜ਼ਾਮ ਹੈ ਅਤੇ ਕੁਛ ਹੱਦ ਤੱਕ ਇਹ ਸਾਨੂੰ ਦੇਖਣ ਨੂੰ ਮਿਲਦਾ ਵੀ ਹੈ, ਕਿਉਂਕਿ ਗੱਠਜੋੜ ਸਰਕਾਰ ਨੇ ਵੀ ਪਹਿਲਾਂ ਇਸ ਤਰ੍ਹਾਂ ਦਾ ਹੀ ਲਹਿਜਾ ਅਡੋਪਟ ਕੀਤਾ ਸੀ ਅਤੇ ਉਸੇ ਤਰਜ਼ 'ਤੇ ਜਾਂ ਉਹਦੀ ਪੈੜ ਦੇ ਵਿੱਚ ਪੈੜ ਰੱਖਣ ਵਾਲੀ ਗੱਲ ਹੈ ਜਿਹੜੀ ਉਹ ਕਾਂਗਰਸ ਪਾਰਟੀ ਨੇ ਕੀਤੀ ਹੈ। ਔਰ ਧੱਕੇਸ਼ਾਹੀ ਅਤੇ ਪਲੱਸ ਜਿਹੜੀ ਮਸ਼ੀਨਰੀ ਸਰਕਾਰੀ ਮਸ਼ੀਨਰੀ ਹੈ ਉਸ ਨੂੰ ਮਿਸਯੂਜ਼ ਕਰਨਾ, ਪੁਲਿਸ ਨੂੰ ਮਿਸਯੂਜ਼ ਕਰਨਾ, ਜਾਂ ਇਸ ਤੋਂ ਬਾਅਦ ਪੈਸੇ ਦਾ ਪ੍ਰਚਲਨ ਜਿਹੜਾ ਹੁੰਦਾ ਹੈ, ਇਹ ਇੱਕ ਦੂਜਾ ਵੱਡਾ ਕਾਰਨ ਅਸੀਂ ਸਮਝਦੇ ਹਾਂ ਕਿ ਇਹਨੇ ਵੀ ਕਾਊਂਟ ਕੀਤਾ ਕਿ ਕਈ ਥਾਵਾਂ ਜਿਵੇਂ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ, ਉੱਥੇ ਜ਼ੀਰਾ ਹੈਗਾ, ਉੱਥੇ ਤਾਂ ਕਾਗਜ਼ ਦਾਖਲ ਨਹੀਂ ਕਰਨ ਦਿੱਤੇ ਗਏ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਥਾਵਾਂ 'ਤੇ ਇੱਦਾਂ ਹੀ ਵਾਪਰਿਆ ਹੈਗਾ। ਅਤੇ ਤੀਸਰਾ ਵੱਡਾ ਜਿਹੜਾ ਕਾਰਨ ਮੈਂ ਸਮਝਦਾ ਹੈਗਾ ਉਹ ਹੈਗਾ ਕਿ ਕਿਸਾਨੀ ਅੰਦੋਲਨ, ਕਿਉਂਕਿ ਉਹ ਕਿਸਾਨੀ ਅੰਦੋਲਨ ਦਾ ਜਿਹੜਾ ਸਭ ਤੋਂ ਵੱਡਾ ਪ੍ਰਭਾਵ ਹੈ ਜਾਂ ਜਿਹੜਾ ਫਾਇਦਾ ਮਿਲਿਆ ਉਹ ਕਾਂਗਰਸ ਪਾਰਟੀ ਨੂੰ ਜ਼ਰੂਰ ਮਿਲਿਆ ਹੈਗਾ, ਕਿਉਂਕਿ ਇਹ ਇੱਕ ਤਰ੍ਹਾਂ ਦਾ ਇੱਕ ਜਨ ਅੰਦੋਲਨ ਦਾ ਰੂਪ ਧਾਰਨ ਕਰ ਗਿਆ ਸੀ ਅਤੇ ਕਾਂਗਰਸ ਪਾਰਟੀ ਨੇ ਕਿਸਾਨੀ ਘੋਲ ਦੇ ਚੱਲਦੇ ਹੋਏ ਕੋਈ ਵੀ ਭੂਮਿਕਾ ਇੱਦਾਂ ਦੀ ਨਹੀਂ ਨਿਭਾਈ ਕਿ ਜਿਹੜੀ ਕਿਸਾਨਾਂ ਦੇ ਉਲਟ ਭੁਗਤਦੀ ਹੋਵੇ ਜਾਂ ਖੇਤੀ ਕਾਨੂੰਨਾਂ ਜਿਹੜੇ ਸੈਂਟਰ ਨੇ ਬਣਾਏ ਉਹਦੇ ਪੱਖ 'ਚ ਭੁਗਤਦੀ ਹੋਵੇ। ਤਾਂ ਇੱਕ ਜਿਹੜਾ ਮਾਹੌਲ ਸਿਰਜਿਆ ਗਿਆ, ਜਿਸ ਤਰ੍ਹਾਂ ਕਾਂਗਰਸ ਪਾਰਟੀ ਤਾਂ ਹੁਣ ਇਹ ਕਹਿ ਰਹੀ ਹੈ ਕਿ ਅਸੀਂ ਚੋਣਾਂ ਜਿਹੜੀਆਂ ਡਿਵੈਲਪਮੈਂਟ ਦੇ ਨਾਂ 'ਤੇ ਜਿੱਤੇ ਹੈਗੇ ਆ, ਸਾਡੀਆਂ ਕਾਂਗਰਸ ਦੀਆਂ ਜਿਹੜੀਆਂ ਪਾਲਿਸੀਆਂ ਹੈ ਜਾਂ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਸੋਚ ਹੈ ਉਸ 'ਤੇ ਲੋਕਾਂ ਨੇ ਇਹ ਇੱਕ ਤਰ੍ਹਾਂ ਦੀ ਸਟੈਂਪ ਲਗਾਈ ਹੈਗੀ ਹੈ, ਪਰ ਹਕੀਕਤ ਨਹੀਂ। ਪਰ ਜਿਹੜਾ ਖੇਤੀ ਕਾਨੂੰਨਾਂ ਨੂੰ ਲੈ ਕੇ ਇੱਕ ਵਿਰੋਧ ਦਾ ਮਾਹੌਲ ਸਮੁੱਚੇ ਪੰਜਾਬ ਦੇ ਵਿੱਚ ਬਣਿਆ ਹੋਇਆ ਸੀ, ਉਸ ਮਾਹੌਲ ਜਿਹੜਾ ਸਿਰਜਿਆ ਗਿਆ ਸੀ ਉਹਦੀ ਬਦੌਲਤ ਇਹ ਇਸ ਤਰ੍ਹਾਂ ਦੀ ਜਿਹੜੀ ਜਿੱਤ ਹੈ ਜਿਹੜੀ ਉਹ ਕਾਂਗਰਸ ਨੂੰ ਮਿਲੀ ਹੈ ਜਾਂ ਉਹਦੇ ਹੱਕ 'ਚ ਇਹ ਮਾਹੌਲ ਹੈ ਜਿਹੜਾ ਉਹ ਭੁਗਤਿਆ ਹੈਗਾ। ਇਸ ਕਿਸਮ ਦੇ ਕਾਰਨ ਅਸੀਂ ਦੇਖਦੇ ਹੈਗੇ ਹਾਂ ਜਿਹੜੇ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਜਾਂਦੇ ਨੇ ਗੱਲਾਂ। ਪੰਜਾਬ ਕਾਂਗਰਸ ਦੇ ਪ੍ਰਧਾਨ ਜਿਹੜੇ ਸੁਨੀਲ ਜਾਖੜ ਜੀ ਨੇ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈਗੀ ਹੈ ਔਰ ਉਹਨਾਂ ਨੇ ਤਾਂ ਅਗਲਾ ਐਲਾਨ ਵੀ ਕਰ ਦਿੱਤਾ ਹੈਗਾ। ਉਹ ਕਹਿੰਦੇ ਕਿ 2022 ਦੇ ਵਿੱਚ ਸਾਡਾ ਜਿਹੜਾ ਮੁੱਖ ਮੰਤਰੀ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਅਸੀਂ ਲੜਾਂਗੇ ਔਰ ਇਸ ਗੱਲ ਨੂੰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਔਰ ਉਹਨਾਂ ਨੇ ਖਾਲਸਾ ਜ਼ਾਹਰ ਕੀਤਾ ਕਿ ਜਿਸ ਤਰ੍ਹਾਂ ਦੀ ਹਾਰ ਭਾਜਪਾ ਨੂੰ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀ ਹੈਗੀ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੋਹੇਂ ਧਿਰਾਂ ਮੁੜ ਜਿਹੜੀਆਂ ਉਹ ਜੱਫੀ ਜਾਂ ਜੋਟੀ ਪਾ ਸਕਦੀਆਂ ਨੇ, ਉਸ ਤੋਂ ਸੁਚੇਤ ਰਹਿਣ ਲਈ ਵੀ ਕਿਹਾ ਹੈਗਾ। ਅਤੇ ਔਰ ਉਹਨੇ ਸਾਰਾ ਸਿਹਰਾ ਦਿੱਤਾ ਹੈਗਾ ਡਿਵੈਲਪਮੈਂਟ ਦਾ ਦਿੱਤਾ ਹੈ। ਡਿਵੈਲਪਮੈਂਟ ਜਿਹੜੀ ਹੋਈ ਹੈ ਉਹ ਪੰਜਾਬ ਦੇ ਲੋਕ ਵੀ ਜਾਣਦੇ ਹੈ, ਪੱਤਰਕਾਰ ਵੀ ਜਾਣਦੇ ਹੈ, ਸਾਰੇ ਭਾਈਚਾਰੇ ਜਾਣਦੇ, ਸ਼ਹਿਰੀ ਲੋਕ ਜ਼ਿਆਦਾ ਜਾਣਦੇ ਹੈਗੇ ਨੇ। ਔਰ ਦੂਸਰੀ ਤਰਫ ਹੈ ਕਿ ਸਾਡੇ ਕੋਲ ਸੈਕੰਡ ਨੰਬਰ 'ਤੇ ਜਿਹੜੀ ਧਿਰ ਆ ਜਾਂਦੀ ਹੈਗੀ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ। ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ ਤੋਂ ਕਾਫੀ ਵੱਡੀ ਆਸ ਸੀਗੀ। ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਆਮ ਆਦਮੀ ਪਾਰਟੀ ਦੀ ਕਾਟ ਕਰਾਂਗੇ ਔਰ ਕਾਟ ਕਰਕੇ ਅਸੀਂ ਅੱਗੇ ਨਿਕਲ ਜਾਵਾਂਗੇ ਅਤੇ ਅਗਲਾ ਜਿਹੜਾ ਮਾਹੌਲ ਹੈ ਅਗਲੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਉਹ ਸਾਡੇ ਫੇਵਰ ਦੇ ਵਿੱਚ ਬਣ ਜਾਏਗਾ। ਔਰ ਇਹ ਵੀ ਇੱਕ ਉਹਨਾਂ ਦੀ ਟੈਸਟਿੰਗ ਸੀ ਕਿ ਉਹਨਾਂ ਨੇ ਜਿਹੜਾ ਸੈਂਟਰ ਸਰਕਾਰ NDA ਦੇ ਵਿੱਚੋਂ ਬਾਹਰ ਆ ਗਏ ਸੀ, ਬੀਬੀ ਹਰਸਿਮਰਤ ਕੌਰ ਬਾਦਲ ਜਿਹੜੀ ਸੈਂਟਰ ਦੇ ਵਜ਼ੀਰ ਸੀ, ਉਹਨਾਂ ਨੇ ਰਿਜ਼ਾਈਨ ਕੀਤਾ ਸੀ, ਆਪਣਾ ਨਾਤਾ BJP ਨਾਲ ਤੋੜਿਆ ਸੀ ਔਰ ਉਹਨਾਂ ਦੀ ਇਹ ਪਹਿਲੀ ਚੋਣ ਸੀ ਕਿ ਉਹ BJP ਤੋਂ ਅਲੱਗ ਹੋ ਕੇ ਲੜ ਲਏ ਸੀ। 1996 ਤੋਂ ਇਹਨਾਂ ਦੀ ਜਿਹੜੀ ਆਪਸੀ ਗੱਠਜੋੜ ਜਿਹੜਾ ਚੱਲ ਰਿਹਾ ਸੀ ਔਰ ਪਹਿਲੀ ਇਹ ਸ਼ਹਿਰੀ ਚੋਣ ਸੀ ਜਿਹੜੀ ਉਹ ਇੰਡੀਪੈਂਡੈਂਟਲੀ ਲੜ ਰਹੇ ਸੀ। ਤਾਂ ਇਸ ਚੋਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਸੈੱਟਬੈਕ ਲੱਗਿਆ ਹੈਗਾ। ਜਿਹੜੇ ਉਹਨਾਂ ਦੇ ਆਪਣੇ ਗੜ੍ਹ ਸੀਗੇ, ਜਿਸ ਤਰ੍ਹਾਂ ਬਠਿੰਡਾ ਹਲਕਾ ਨੂੰ ਮੰਨਿਆ ਜਾਂਦਾ ਹੈ, ਮਾਨਸਾ ਨੂੰ ਮੰਨਿਆ ਜਾਂਦਾ ਹੈ, ਉੱਥੇ ਸਿਰਫ ਮੈਨੂੰ ਹੁਣ ਤੱਕ ਦੇ ਜਿਹੜੇ ਪਤਾ ਲੱਗਿਆ ਕਿ ਸੰਗਤ ਜਿਹੜੀ ਸੀਗੀ ਨਗਰ ਕੌਂਸਲ ਸੀ, ਉੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੱਤ ਮਿਲੀ, ਹਾਸਲ ਹੋਈ ਆ। ਬਾਕੀ ਥਾਵਾਂ 'ਤੇ ਜਿਹੜਾ ਹਾਰ ਦਾ ਮੂੰਹ ਦੇਖਣਾ ਪੈ ਗਿਆ। ਈਵਨ ਜਿੱਥੇ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਗਏ ਸੀ ਜਲਾਲਾਬਾਦ ਦੇ ਵਿੱਚ, ਗਿੱਦੜਬਾਹਾ ਦੇ ਵਿੱਚ, ਉੱਥੋਂ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਤਰ੍ਹਾਂ ਹੀ ਤੁਹਾਡੇ ਕੋਲ ਇੱਧਰ ਲਾ ਲਓ ਦੁਆਬੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ, ਉੱਧਰੋਂ ਮਾਝੇ ਗੁਰਦਾਸਪੁਰ ਦੇ ਵਿੱਚ ਦੇਖਦੇ ਹਾਂ ਕਿ ਉੱਥੇ ਜਿਹੜੀ ਲੋਕਲ ਚੋਣ ਸੀ ਉਹਨਾਂ ਦੀ, ਚਾਹੇ ਉਹ ਗੁਰਦਾਸਪੁਰ ਵਾਲੀ ਸੀ ਚਾਹੇ ਹੁਸ਼ਿਆਰਪੁਰ ਕਾਰਪੋਰੇਸ਼ਨ ਦੀ ਸੀ, ਉੱਥੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆਪਣਾ ਖਾਤਾ ਨਹੀਂ ਖੋਲ੍ਹ ਸਕਿਆ। ਠੀਕ ਹੈ, ਕੁਝ ਥਾਵਾਂ 'ਤੇ ਜਿਵੇਂ ਮਜੀਠਾ ਹੈਗਾ, ਅਜਨਾਲਾ ਹੈਗਾ, ਉੱਥੇ ਉਹਨਾਂ ਨੂੰ ਜਿਹੜਾ ਆਪਣਾ ਬਹੁਮਤ ਮਿਲਿਆ। ਹੋਰ ਵੀ ਕਈ ਥਾਵਾਂ 'ਤੇ ਸਾਨੂੰ ਰਿਪੋਰਟਾਂ ਮਿਲੀਆਂ ਕਿ ਉਹਨਾਂ ਨੂੰ ਨਗਰ ਕੌਂਸਲਾਂ ਜਾਂ ਨਗਰ ਪੰਚਾਇਤਾਂ 'ਚ ਬਹੁਮਤ ਹਾਸਲ ਕੀਤਾ, ਪਰ ਜਿੱਡੀ ਵੱਡੀ ਉਹਨਾਂ ਨੂੰ ਆਸ ਸੀ ਉਹ ਉਸ ਤਰ੍ਹਾਂ ਦਾ ਜਿਹੜਾ ਲੋਕਾਂ ਦਾ ਭਰੋਸਾ ਉਹ ਮਿਲ ਨਹੀਂ ਸਕਿਆ। ਮੈਂ ਇਹਦੇ ਪਿੱਛੇ ਇੱਕ ਤਾਂ ਕਾਰਨ ਇਹ ਸਮਝਦਾ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ ਇਹ ਰੂਰਲ ਬੇਸ ਪਾਰਟੀ ਹੈਗੀ ਹੈ। ਭਾਜਪਾ ਨਾਲ ਮਿਲ ਕੇ ਲੜਦੇ ਸੀ, ਭਾਜਪਾ ਦੇ ਹੱਕ 'ਚ ਇਸ ਵਾਰ ਮਾਹੌਲ ਨਹੀਂ ਸੀ, ਜਿਸ ਕਰਕੇ ਇੰਡੀਪੈਂਡੈਂਟ ਮਿਲੇ। ਸ਼ਹਿਰਾਂ ਦੇ ਲੋਕਾਂ ਦੇ ਵਿੱਚ ਇਹ ਪਾਰਟੀ ਹੈ ਜਾਂ ਜਿਹੜੇ ਦੇ ਆਗੂ ਨੇ ਮੌਜੂਦਾ, ਉਹ ਇੱਕ ਫੇਥ ਬਿਲਡ ਨਹੀਂ ਕਰ ਸਕੇ, ਸ਼ਹਿਰੀ ਲੋਕਾਂ ਦਾ ਇੱਕ ਭਰੋਸਾ ਨਹੀਂ ਜਿੱਤ ਸਕੇ। ਜਿਸ ਤਰ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਜਿੰਨਾ ਟਾਈਮ, ਉਹ ਇੱਕ ਲਿਬਰਲ ਨੇਤਾ ਦੇ ਤੌਰ 'ਤੇ ਜਾਣੇ ਜਾਂਦੇ ਸੀ, ਉਹ ਫਿਰ ਵੀ ਉਹਨਾਂ ਦੀ ਪੈਂਟ ਸੀ ਸ਼ਹਿਰੀ ਹਲਕਿਆਂ ਦੇ ਵਿੱਚ।
ਪਰ ਨਵੀਂ ਲੀਡਰਸ਼ਿਪ ਉਹ ਭਰੋਸਾ ਜਾਂ ਪੁਰਾਣਾ ਬਣਾਇਆ ਹੋਇਆ ਜਿਹੜਾ ਵਿਸ਼ਵਾਸ ਸੀ ਉਸ ਨੂੰ ਕਾਇਮ ਨਹੀਂ ਰੱਖ ਸਕੀ। ਦੂਸਰੀ ਗੱਲ ਆਤਿਸ਼ ਇਹ ਵੀ ਹੈ ਕਿ ਜਿਹੜਾ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਭਾਈਚਾਰਾ ਹੈ ਉਹ ਪਿੰਡਾਂ ਦੇ ਵਿੱਚੋਂ ਹੀ ਜਿਹੜਾ ਸ਼ਿਫਟ ਹੋਇਆ ਪਿਆ ਹੈਗਾ, ਜਿਹਨੂੰ ਸ਼ਹਿਰਾਂ ਦੇ ਆਪਾਂ ਜੱਟ ਸਿੱਖ ਕਹਿ ਸਕਦੇ ਹਾਂ ਅਸੀਂ, ਉਹ ਵੀ ਕਿਸਾਨੀ ਘੋਲ ਕਰਕੇ ਜਾਂ ਸਾਰੇ ਰੋਲ ਕਰਕੇ ਯੂਨਾਈਟਡ ਸੀਗਾ। ਇਹ ਤੋਂ ਬਿਨਾਂ ਇਕੱਲਾ ਇਹ ਨਹੀਂ ਕਿ ਹਿੰਦੂ ਵੋਟਰ ਸ਼ਹਿਰਾਂ ਦੇ ਵਿੱਚ ਵੱਸਦਾ ਹੈਗਾ, ਪੰਜਾਬ ਦੇ ਸ਼ਹਿਰਾਂ 'ਚ ਜਿਹੜੀ 27% ਵੋਟ ਹੈ ਉਹ ਸਾਡੇ ਦਲਿਤ ਵਰਗ ਦੀ ਹੈਗੀ ਹੈ, ਅਤੇ ਦਲਿਤ ਵਰਗ ਦਾ ਵੀ ਜਿਹੜੀ ਵੋਟ ਜਿਹੜੀ ਸੀਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦੇ ਵਿੱਚ ਭੁਗਤ ਨਹੀਂ ਸਕੀ। ਮੋਟੇ ਤੌਰ 'ਤੇ ਇਹ ਹੈ ਕਿ ਵੱਖ ਹੋ ਕੇ ਨਾਲ ਰਲ ਕੇ ਤਾਂ ਇਹਨਾਂ ਨੇ ਕੀ ਖੱਟਣਾ ਸੀ, ਵੱਖ ਹੋ ਕੇ ਇਹ ਇੱਕ ਇੰਡੀਪੈਂਡੈਂਟ ਆਪਣੀ ਹਸਤੀ ਹੈ ਜਿਹੜੀ ਸ਼ਹਿਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਕਾਇਮ ਨਹੀਂ ਰੱਖ ਸਕਿਆ। ਅੱਗੇ ਆਪਾਂ ਗੱਲ ਕਰੀਏ ਤਾਂ ਸਾਡੇ ਕੋਲੇ ਆਮ ਆਦਮੀ ਪਾਰਟੀ ਹੈ ਜਿਹੜੀ ਮੁੱਖ ਵਿਰੋਧੀ ਧਿਰ ਹੈ ਪੰਜਾਬ ਦੀ ਵਿੱਚ, ਉਸ ਨੂੰ ਬਹੁਤ ਵੱਡੀ ਹੋਪ ਸੀ ਕਿ ਇਹਨਾਂ ਚੋਣਾਂ ਦੇ ਕੰਧਾੜੇ ਚੜ੍ਹ ਕੇ ਅਸੀਂ ਜਿਹੜਾ ਅੱਗੇ ਸੱਤਾ ਦਾ ਫਾਈਨਲ ਹੋਣਾ ਉਹਦੇ ਵਿੱਚ ਅਸੀਂ ਬਾਜੀ ਮਾਰਾਂਗੇ, ਜਾਂ ਪਿਛਲੀ ਚੋਣ ਦੇ ਵਿੱਚ ਵੀ 100 ਸੀਟਾਂ ਦਾ ਕਲੇਮ ਕਰਦੇ ਰਹੇ ਨੇ, ਜਾਂ ਵਿਰੋਧੀ ਧਿਰ ਤਾਂ ਹੈ ਹੀ ਹੈ। ਉਹਦੇ ਵਿੱਚ 2-3 ਵੱਡੀਆਂ ਖਾਮੀਆਂ ਸਾਨੂੰ ਦੇਖਣ ਨੂੰ ਇਹ ਮਿਲੀਆਂ ਜਿਹੜੀਆਂ ਉਹਦੀ ਹਾਰ ਦਾ ਕਾਰਨ ਵੀ ਬਣੀਆਂ। ਸ਼ੁਰੂ ਦੇ ਵਿੱਚ ਹੀ ਜਿਹੜੀ ਆਮ ਆਦਮੀ ਪਾਰਟੀ ਦੁਚਿੱਤੀ ਦੇ ਵਿੱਚ ਰਹੀ, ਪਹਿਲਾਂ ਇਹ ਚੱਲਦਾ ਰਿਹਾ ਕਿ ਇਹ ਚੋਣ ਲੜੀ ਜਾਵੇ ਜਾਂ ਨਾ ਲੜੀ ਜਾਵੇ, ਇਹ ਕਲੀਅਰ ਨਹੀਂ ਸੀਗੀ ਉਹਨਾਂ ਦੀ। ਫਿਰ ਡਿਸਾਈਡ ਹੋ ਗਿਆ ਕਿ ਚੋਣ ਲੜੀ ਜਾਵੇ। ਚੋਣ ਲੜਨ ਤੋਂ ਬਾਅਦ ਉਹਨਾਂ ਨੇ ਕੋਈ ਪੰਜਾਬ ਲਈ ਆਪਣਾ ਕੋਈ ਇੱਕ ਦਾ ਜਿਹੜਾ ਯੂਨਾਈਟ ਫੇਸ ਹੁੰਦਾ ਹੈ ਆਗੂਆਂ ਦਾ, ਉਹ ਨਹੀਂ ਦਿਖਾ ਸਕੇ ਜਿਹਦੇ ਨਾਲ ਲੋਕਾਂ ਦਾ ਵਿਸ਼ਵਾਸ ਬਣ ਸਕੇ, ਇੱਕ ਫੇਥ ਬਿਲਡ ਹੋ ਸਕੇ। ਕਿਉਂਕਿ ਇਹਨਾਂ ਦੇ ਜਿੰਨੇ ਕੁ 20 MLA ਹੈਗੇ ਨੇ, ਕਿਸੇ ਦਾ ਮੂੰਹ ਕਿੱਧਰ ਹੈ, 2 ਇੱਧਰ ਨੇ, 4 ਇੱਧਰ ਨੇ, ਸਾਰੇ ਆਪਸ ਦੇ ਵਿੱਚ ਪਾਟੋ ਧਾੜ ਹੋਈ ਵੀ ਹੈ। ਤਾਂ ਉਹਦੇ ਨਾਲ ਜਿਹੜੇ ਲੋਕਾਂ ਦੀ ਵੋਟ ਬੈਂਕ 'ਤੇ ਅਸਰ ਪੈਂਦਾ, ਵੋਟਰ ਸੋਚਦਾ ਪਹਿਲਾਂ। ਇੱਕ ਕੋਈ ਇੱਦਾਂ ਦਾ ਚਿਹਰਾ ਨਹੀਂ ਇਹਨਾਂ ਕੋਲ ਕਿ ਜਿਹੜਾ ਵੱਡਾ, ਜਿਵੇਂ ਭਗਵੰਤ ਮਾਨ ਖੁਦ ਆਪਣੇ ਉਹਦਾ ਹਲਕਾ ਜਿਹੜਾ ਲੋਕ ਸਭਾ, ਉੱਥੇ ਉਹ ਚੋਣ ਇਹਨਾਂ ਚੋਣਾਂ 'ਚ ਕੋਈ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਤਰ੍ਹਾਂ ਉਹਨਾਂ ਨੇ ਆਪ ਵੱਡੀ ਗਿਣਤੀ ਦੇ ਵਿੱਚ ਵੋਟਾਂ ਨਾਲ ਲੋਕ ਸਭਾ ਚੋਣ ਜਿੱਤੀ ਸੀ। ਉਸ ਦਾ ਬਿਲਕੁਲ ਦੂਸਰਾ ਪਾਸਾ ਸਾਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਉਹਨਾਂ ਜਿਹੜੇ ਸਿਟਿੰਗ MLA ਨੇ, ਜਿਸ ਤਰ੍ਹਾਂ ਬਠਿੰਡਾ ਰੂਰਲ ਦੇ ਵਿੱਚ ਸੰਗਤ ਮੰਡੀ ਪੈਂਦੀ ਹੈਗੀ ਹੈ, ਉੱਥੋਂ ਉਹ ਚੋਣ ਹਾਰ ਜਾਂਦੇ ਨੇ, ਇੱਕ ਵੀ ਸੀਟ ਨਹੀਂ, ਖਾਤਾ ਨਹੀਂ ਖੋਲ੍ਹ ਸਕੇ। ਇਸ ਤਰ੍ਹਾਂ ਤਲਵੰਡੀ ਸਾਬੋ 'ਚ ਉਹਨਾਂ ਦੀ ਸਿਟਿੰਗ MLA ਹੈਗੀ ਹੈ, ਉੱਥੇ ਉਹ ਰਾਮਾ ਮੰਡੀ ਪੈਂਦੀ ਹੈਗੀ ਹੈ, ਉਹਦੇ ਵਿੱਚ ਇੱਕ ਵੀ ਸੀਟ ਹੈ ਜਿਹੜੀ ਉਹ ਜਿੱਤ ਨਹੀਂ ਸਕੇ। ਇਸ ਤਰ੍ਹਾਂ ਬੁੱਧਰਾਮ ਜੀ ਹੈਗੇ ਬੁਢਲਾਡੇ ਆਮ ਆਦਮੀ ਪਾਰਟੀ ਦੇ, ਉੱਥੇ ਸਿਰਫ ਇੱਕ ਸੀਟ ਹੈ ਜਿਹੜੀ ਆਮ ਆਦਮੀ ਪਾਰਟੀ ਨੂੰ ਆਉਂਦੀ ਹੈਗੀ ਹੈ। ਤਾਂ ਇਸ ਕਿਸਮ ਦਾ ਜਿਹੜਾ ਪ੍ਰਦਰਸ਼ਨ ਸਾਨੂੰ ਉਹਨਾਂ ਦਾ ਦੇਖਣ ਨੂੰ ਮਿਲਿਆ ਹੈਗਾ ਕਿ ਜਿਹੜੇ ਸਿਟਿੰਗ MLA ਹੈ ਉੱਥੇ ਵੀ ਉਹ ਪਰਫਾਰਮ ਨਹੀਂ, ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਹੈਗੀ ਹੈ। ਇੱਕ ਇਹ ਵੀ ਆਤਿਸ਼ ਹੈਗੀ ਕਿ ਪੰਜਾਬ ਲਈ ਹੁਣ ਤੱਕ ਉਹ ਕੋਈ ਪੋਲੀਟੀਕਲ ਏਜੰਡਾ ਨਹੀਂ ਸੈੱਟ ਕਰ ਸਕੀ ਕਿ ਲੋਕਾਂ ਨੂੰ ਲੱਗੇ ਕਿ ਸਾਨੂੰ ਆਮ ਆਦਮੀ ਪਾਰਟੀ ਨੂੰ ਚੁਣਨਾ ਚਾਹੀਦਾ। ਖੇਤੀ ਕਾਨੂੰਨਾਂ ਦੇ ਮਾਮਲੇ 'ਚ ਜਿੰਨਾ ਵੀ ਉਹਨਾਂ ਨੇ ਪ੍ਰਚਾਰ ਕੀਤਾ ਹੈਗਾ, ਪਰ ਜਿਹੜਾ ਕੇਜਰੀਵਾਲ ਦਾ ਰੋਲ ਰਿਹਾ, ਚਾਹੇ ਬਾਅਦ ਦੇ ਵਿੱਚ ਆ ਕੇ ਪੋਜ਼ੀਟਿਵ ਰੋਲ ਵੀ ਰਿਹਾ ਦਿੱਲੀ ਦੇ ਵਿੱਚ, ਪਰ ਉਹ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਹਮਣੇ ਆਈਆਂ, ਜਿਵੇਂ ਨੋਟੀਫਿਕੇਸ਼ਨ ਜਾਰੀ ਕਰ ਦੇਣਾ, ਉਹਦੇ ਨਾਲ ਵੀ ਲੋਕਾਂ ਦੇ ਵਿੱਚ ਇੱਕ ਦੁਬਿਧਾ ਜਿਹੜੀ ਉਹ ਬਣੀ ਹੋਈ ਸੀ। ਆਮ ਆਦਮੀ ਪਾਰਟੀ ਨੂੰ ਇਹਨਾਂ ਗੱਲਾਂ ਨੇ ਨੁਕਸਾਨ ਪਹੁੰਚਾਇਆ। ਜਿੱਥੋਂ ਤੱਕ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਸ਼ਹਿਰਾਂ ਦਾ ਦਲਿਤ ਵਰਗ ਹੈਗਾ ਉਹਨੂੰ ਇਹ ਨਾਲ ਕੈਸ਼ ਕਰ ਸਕਦੇ ਸੀ, ਉਹ ਵੀ ਨਹੀਂ ਕੈਸ਼ ਕਰ ਸਕੇ ਇਹ, ਕਿਉਂਕਿ ਕੋਈ ਵੀ ਪ੍ਰੋਗਰਾਮ ਦਲਿਤਾਂ ਬਾਰੇ ਵੀ, ਹਾਲਾਂਕਿ ਇਹਨਾਂ ਦੇ ਬਹੁਤ ਸਾਰੇ ਆਗੂ ਆ ਜਿਹੜੇ MLA ਹੈ ਉਹ ਦਲਿਤ ਵਰਗ ਦੇ ਵਿੱਚੋਂ ਹੈਗੇ ਨੇ, ਪਰ ਉਹ ਵੀ ਉਹਨਾਂ ਦਾ ਵੀ ਇਹ ਫੇਥ ਹੈ, ਜਿਹੜਾ ਵਿਸ਼ਵਾਸ ਹੈ ਉਹ ਜਿੱਤ ਨਹੀਂ ਸਕੇ। ਇਸ ਕਰਕੇ ਇਹਨਾਂ ਨੂੰ ਵੀ ਉਹ ਸਿਰਾ ਜਾਣਾ ਪਿਆ ਹੈਗਾ। ਪਰ ਇਹ ਇੱਕ ਗੱਲ ਨੂੰ ਧਰਵਾਸਾ ਦਿੰਦੇ ਨੇ ਆਪਣੇ ਆਪ ਨੂੰ ਕਿ ਜੀ ਚਲੋ ਅਸੀਂ ਚਾਹੇ ਘੱਟ ਲਈ, ਪਰ ਸਾਡੀ ਇਹ ਪਹਿਲੀ ਚੋਣ ਸੀ, ਅਸੀਂ ਜਿੰਨੀ ਵੀ ਜਿੱਤੀ ਹੈ, ਸੀਟਾਂ ਮਿਲੀਆਂ ਸਾਨੂੰ, ਉਸ 'ਤੇ ਧਰਵਾਸ ਹੈਗਾ, ਅਸੀਂ ਉਹਦੀ ਹੋਰ ਪੜਚੋਲ ਕਰਾਂਗੇ, ਜਿੱਥੇ ਕੋਈ ਕਮੀਆਂ ਰਹਿ ਗਈਆਂ ਨੇ ਉਹਨੂੰ ਪੂਰੀਆਂ ਕਰਾਂਗੇ। ਕਿ ਇਸ ਨਾਲ ਇਹ ਵੀ ਕਿਹਾ ਜਾਂਦਾ ਕਿ ਸੱਤਾ ਦਾ ਸੈਮੀਫਾਈਨਲ ਨਹੀਂ, ਇਹ ਕਾਂਗਰਸ ਨੂੰ ਵੀ ਇਸ ਗੱਲ ਤੋਂ ਥੋੜ੍ਹਾ ਜਿਹਾ ਜਾਣੂ ਰਹਿਣਾ ਚਾਹੀਦਾ, ਬਾਕੀ ਪਾਰਟੀਆਂ ਨੂੰ ਵੀ ਰਹਿਣਾ ਚਾਹੀਦਾ ਹੈਗਾ, ਕਿਉਂਕਿ ਲੋਕਾਂ ਦਾ ਹਰ ਚੋਣ ਦੇ ਵਿੱਚ ਆਤਿਸ਼ ਇਹ ਹੁੰਦਾ ਹੈਗਾ ਕਿ ਚਾਹੇ ਛੋਟੀ ਚੋਣ ਹੈ ਚਾਹੇ ਵੱਡੀ ਲੋਕ ਸਭਾ ਦੀ ਚੋਣ ਹੈ, ਲੋਕਾਂ ਦੀ ਜਿਹੜੀ ਸੋਚ ਹੈ ਜਾਂ ਜਿਹੜਾ ਨਜ਼ਰੀਆ ਹੁੰਦਾ ਉਹ ਹਮੇਸ਼ਾ ਇੱਕੋ ਤਰ੍ਹਾਂ ਦਾ ਨਹੀਂ ਰਹਿੰਦਾ। ਜਿਹੜਾ ਬੰਦਾ ਲੋਕ ਸਭਾ 'ਚ ਵੋਟ ਕਰਦਾ, ਆਪਣੀ ਕਾਸਟ ਕਰਦਾ, ਉਹ ਹੋਰ ਤਰੀਕੇ ਨਾਲ ਕਰਦਾ। ਜਦੋਂ ਸਰਪੰਚ ਦੀ ਵੋਟ ਪਾਏਗਾ, ਸਰਪੰਚੀ ਲਈ ਵੋਟ ਪਾਏਗਾ ਤਾਂ ਹੋਰ ਸੋਚੇਗਾ। ਇਸ ਕਰਕੇ ਕੋਈ ਵੀ ਜਿਹੜੀ ਸਥਾਈ ਨਹੀਂ ਹੁੰਦੀ ਚੀਜ਼, ਇਸ ਕਰਕੇ ਕਾਂਗਰਸ ਨੂੰ ਵੀ ਥੋੜ੍ਹਾ ਜਿਹਾ ਸੰਭਲ ਕੇ ਚੱਲਣ ਦੀ ਹਾਲੇ ਲੋੜ ਹੈਗੀ ਹੈ, ਅਤੇ ਦੂਸਰੀ ਪਾਰਟੀ ਨੂੰ ਵੀ ਪੜਚੋਲ ਕਰਨ ਦੀ ਲੋੜ ਹੈ। ਅਤੇ ਜਿਹੜੀ ਚੌਥੀ ਧਿਰ ਸਾਡੇ ਕੋਲ ਸਾਹਮਣੇ ਆਈ ਉਹ ਹੈਗੀ ਭਾਜਪਾ ਬਾਰੇ ਸਾਨੂੰ ਆਲਰੇਡੀ ਤੈਅ ਸੀਗਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ, ਹਾਲਾਂਕਿ ਉਹ ਕਲੇਮ ਕਰਦੇ ਨੇ ਕਿ ਅਸੀਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਨਵੇਂ ਸਿਰੋਂ ਖਾਤੇ ਖੋਲ੍ਹ ਲਏ ਨੇ, ਕਿ ਸਾਡਾ ਤਾਂ ਸਫਾਇਆ ਹੋਣਾ ਚਾਹੀਦਾ ਸੀ, ਪਰ ਫਿਰ ਵੀ ਬਹੁਤ ਵੱਡਾ ਸੈੱਟਬੈਕ ਉਹਨਾਂ ਨੂੰ ਇਹਨਾਂ ਚੋਣਾਂ ਦੇ ਵਿੱਚ ਲੱਗਿਆ ਹੈਗਾ। ਔਰ ਇਹ ਪਹਿਲਾਂ ਹੀ ਸੀਗਾ ਕਿ ਸੇਕ ਲੱਗੇਗਾ। ਇੰਡੀਪੈਂਡੈਂਟਾਂ ਦੀ ਭੂਮਿਕਾ ਜਿਹੜੀ ਇਸ ਵਾਰ ਬਹੁਤ ਅੱਛੀ ਰਹੀ ਹੈ, ਬਹੁਤ ਸਾਰੀਆਂ ਜਿਹੜੀਆਂ
ਸੀਟਾਂ ਹੈਗੀਆਂ ਜਿਹੜੇ ਇੰਡੀਪੈਂਡੈਂਟ ਨੇ ਜਿੱਤੀਆਂ, ਜਿਸ ਤਰ੍ਹਾਂ ਮਾਨਸਾ ਜ਼ਿਲ੍ਹਾ ਹੈ, ਬੁਲਾਡੇ ਦੇ ਵਿੱਚ 10 ਸੀਟਾਂ ਜਿਹੜੀਆਂ ਇੰਡੀਪੈਂਡੈਂਟ, ਜਿਵੇਂ ਬੋਹਾ ਦੇ ਵਿੱਚ, ਬਰੇਟਾ ਦੇ ਵਿੱਚ, ਇਸ ਤਰ੍ਹਾਂ ਨੂਰ ਮਹਿਲ ਦੇ ਵਿੱਚ, ਜਾਂ ਆਪਾਂ ਕਹਿ ਦਈਏ ਕਿ ਉਹ ਸ਼੍ਰੀ ਹਰਗੋਬਿੰਦ ਸਾਹਿਬ ਪੁਰ ਦੇ ਵਿੱਚ, ਉੱਥੇ ਸੀਟਾਂ ਜਿਹੜੀਆਂ ਇੰਡੀਪੈਂਡੈਂਟ ਨੇ। ਇਹ ਨਵਾਂ ਰੁਝਾਨ ਸਾਨੂੰ ਜਿਹੜਾ ਦੇਖਣ ਨੂੰ ਮਿਲਿਆ ਕਿ ਇਹਦਾ ਮਤਲਬ ਹੈ ਕਿ ਪੋਲੀਟੀਕਲ ਪਾਰਟੀਆਂ ਤੋਂ ਲੋਕ ਆ ਜਿਹੜੇ ਉਹ ਕਤਾਏ ਹੋਏ ਨੇ, ਇੱਕ ਨਵੇਂ ਬਦਲ ਦੀ ਜਿਹੜੀ ਤਲਾਸ਼ ਦੇ ਵਿੱਚ ਨੇ। ਜੀ ਚਰਨਜੀਤ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਹੈ ਵੀ ਕਿ ਇਹ ਚੋਣਾਂ ਉਸ ਟਾਈਮ ਤੇ ਕਰਾਈਆਂ ਗਈਆਂ ਜਦੋਂ ਦੇਸ਼ ਦਾ ਕਿਸਾਨ, ਪੰਜਾਬ ਦਾ ਖਾਸ ਤੌਰ ਤੇ, ਦਿੱਲੀ ਦੇ ਜਿਹੜੇ ਉੱਥੇ ਬਰੂਹਾਂ ਤੇ ਬੈਠਾ ਸੰਘਰਸ਼ ਕਰ ਰਿਹਾ। ਅਸੀਂ ਗੱਲ ਕਰੀਏ ਇਹਨਾਂ ਚੋਣਾਂ ਦੀ, ਇਹ ਚੋਣਾਂ ਬੇਸ਼ੱਕ ਜਿਹੜੀਆਂ ਸੀਗੀਆਂ ਸ਼ਹਿਰੀ ਖੇਤਰ ਨਾਲ ਸੰਬੰਧਿਤ ਰੱਖਦੀਆਂ ਸੀਗੀਆਂ, ਪਰ ਅਸੀਂ ਜਾਣਨਾ ਚਾਹਾਂਗੇ ਇਹ ਕਿਸਾਨੀ ਸੰਘਰਸ਼ ਦਾ ਜਿਹੜਾ ਅਸਰ ਹੈ ਇਹਨਾਂ ਚੋਣਾਂ ਤੇ ਕਿੰਨਾ ਕੁ ਨਜ਼ਰ ਆਇਆ। ਦੇਖੋ, ਗੱਲ ਇਹ ਹੈਗੀ ਹੈ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ 32 ਕਿਸਾਨ ਧਿਰਾਂ ਨੇ ਜੀ, ਉਹਨਾਂ ਨੇ ਕਿਤੇ ਵੀ ਕੋਈ ਸੱਦਾ ਨਹੀਂ ਸੀ ਦਿੱਤਾ ਇਹਨਾਂ ਚੋਣਾਂ ਦੀ ਬਾਬਤ ਜੀ, ਕਿ ਕਿਸੇ ਪਾਰਟੀ ਦੇ ਪੱਖ 'ਚ ਭੁਗਤੋ, ਕਿਸੇ ਦੇ ਵਿਪੱਖ 'ਚ ਭੁਗਤੋ। ਉਹਨਾਂ ਦਾ ਇੱਕ ਸਟੈਂਡ ਕਲੀਅਰ ਸੀ ਪਾਰਟੀਆਂ ਦਾ, ਸਾਰੀਆਂ ਦਾ ਇੱਕ ਮਤ ਸੀ ਕਿ ਜਿਹੜੀ ਪਾਰਟੀ ਖੇਤੀ ਕਾਨੂੰਨਾਂ ਦੇ ਜੀ, ਪੱਖ 'ਚ ਭੁਗਤਦੀ ਹੈ, ਜੀ, ਜਿਵੇਂ ਭਾਜਪਾ ਸੀ ਮੋਟੇ ਤੌਰ ਤੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤਾਂ ਬਾਹਰ ਆ ਗਿਆ ਸੀਗਾ ਬਾਅਦ 'ਚ, ਤਾਂ ਉਹਨਾਂ ਨੇ ਕਿਹਾ ਸੀ ਕਿ ਉਹਦੇ ਖਿਲਾਫ ਜਾਣਾ ਚਾਹੀਦਾ। ਤੇ ਪੰਜਾਬ ਦੇ ਵਿੱਚ ਬਹੁਤ ਥਾਵਾਂ ਤੇ ਜਦੋਂ ਇਹ ਚੋਣ ਪ੍ਰਚਾਰ ਕਰ ਰਹੇ ਸੀ ਭਾਜਪਾ ਵਾਲੇ, ਤਾਂ ਇਹਨਾਂ ਦਾ ਵਿਰੋਧ ਵੀ ਹੋਇਆ। ਤਾਂ ਜਿੱਥੋਂ ਤੱਕ ਤੁਹਾਡੀ ਵਾਲੀ ਗੱਲ ਹੈਗੀ ਹੈ ਕਿ ਇਹ ਅੰਦੋਲਨ ਦਾ ਕੀ ਇੰਪੈਕਟ ਪਿਆ, ਮੈਂ ਤਾਂ ਇਹ ਦੇਖਦਾ ਕਿ ਸਮੁੱਚਾ ਮਾਹੌਲ ਹੀ ਜਿਹੜਾ ਖੇਤੀ ਕਾਨੂੰਨਾਂ ਨੇ ਦੇ ਜਿਹੜਾ ਵਿਰੋਧ ਹੈ ਉਹਨੇ ਪੰਜਾਬ ਦੇ ਵਿੱਚ ਬੰਨ੍ਹਿਆ ਹੈਗਾ, ਕਿਉਂਕਿ ਪੰਜਾਬ ਦੀ ਧਰਤੀ ਹੈ ਜਿੱਥੋਂ ਖੇਤੀ ਕਾਨੂੰਨਾਂ ਦੇ ਖਿਲਾਫ ਮੁੱਢ ਵੱਜਿਆ ਹੈਗਾ, ਜਾਂ ਆਪਾਂ ਕਹਿ ਲਈਏ ਕਿ ਪੰਜਾਬ ਫਾਊਂਡਰ ਰਿਹਾ। ਉਸ ਤੋਂ ਬਾਅਦ ਇਹ ਕੌਮੀ ਪੱਧਰ 'ਤੇ ਗਿਆ ਹੈ, ਹੁਣ ਤਾਂ ਇੰਟਰਨੈਸ਼ਨਲ ਲੈਵਲ 'ਤੇ ਪੱਧਰ 'ਤੇ ਚਲਾ ਗਿਆ। ਇਸ ਕਰਕੇ ਇਹ ਚੋਣਾਂ ਵੀ ਅਹਿਮ ਸੀਗੀਆਂ। ਜਾਂ ਆਪਾਂ ਇਹ ਕਹਿ ਲਈਏ ਕਿ ਚੋਣਾਂ ਦੇ ਜਿਹੜੇ ਰਿਜ਼ਲਟ ਹੈ, ਜੇ ਕਾਂਗਰਸ ਇਹਨਾਂ ਨੂੰ ਕਹਿੰਦੀ ਹੈ ਕਿ ਸਾਡੇ ਹੱਕ 'ਚ ਇਹ ਫਤਵਾ ਹੈਗਾ, ਤਾਂ ਇਹ ਰਿਜ਼ਲਟ ਹੈ ਜਿਹੜੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਕਿਸਾਨੀ ਨਾਲ ਜਿਹੜਾ ਘੋਲ ਚੱਲ ਰਿਹਾ ਜਿਨ੍ਹਾਂ ਇਸ਼ੂ ਨੂੰ ਲੈ ਕੇ, ਕਿ ਖੇਤੀ ਕਾਨੂੰਨਾਂ ਦੇ ਖਿਲਾਫ ਵੀ ਇੱਕ ਫਤਵਾ ਹੈਗੇ ਜਿਹੜੇ ਚੋਣ ਨਤੀਜੇ ਨੇ। ਇਸ ਤਰ੍ਹਾਂ ਵੀ ਆਪਾਂ ਇਸ ਨੂੰ ਦੇਖ ਸਕਦੇ ਹਾਂ। ਦੂਜੀ ਵੱਡੀ ਗੱਲ ਇਹ ਹੈਗੀ ਮੈਨੂੰ ਜਿਹੜੀ ਲੱਗ ਰਹੀ ਹੈਗੀ ਹੈ ਕਿ ਜਿਹੜਾ ਆਪਾਂ ਕਹਿ ਰਹੇ ਸੀ ਕਿ ਪਹਿਲਾਂ ਇਹ ਕਿਸਾਨੀ ਦਾ ਘੋਲ ਹੈ, ਅਸੀਂ ਕਹਿੰਦੇ ਕਿਸਾਨੀ ਦਾ ਘੋਲ ਨਹੀਂ, ਹੁਣ ਇਹ ਜਨ ਅੰਦੋਲਨ ਬਣ ਚੁੱਕਿਆ। ਤੁਹਾਡੇ ਚੇਤੇ ਹੋਏਗਾ ਕਿ ਜਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਤਾਂ ਪੰਜਾਬ ਬੰਦ ਨੂੰ ਇਸ ਵਾਰ ਸਭ ਤੋਂ ਵਧੀਆ ਰਿਸਪੌਂਸ ਹੈ ਜਿਹੜਾ ਸ਼ਹਿਰਾਂ ਦੇ ਵਿੱਚ ਮਿਲਿਆ। ਸ਼ਹਿਰਾਂ ਦੇ ਲੋਕਾਂ ਨੇ ਆਪ ਮੁਹਾਰੇ ਜਿਹੜਾ ਬੰਦ ਕੀਤਾ। ਇਹਦਾ ਮਤਲਬ ਹੈ ਖੇਤੀ ਕਾਨੂੰਨ ਆ ਜਿਹੜੇ ਉਹ ਇਕੱਲੇ ਰੂਰਲ ਬੇਸ ਨਾਲ ਨਹੀਂ ਜੁੜੇ ਹੋਏ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਸ਼ਹਿਰਾਂ ਨਾਲ ਜੁੜੇ ਹੋਏ ਨੇ। ਉਹ ਚਾਹੇ ਆੜ੍ਹਤੀ ਹੋ ਸਕਦੇ ਨੇ, ਚਾਹੇ ਕਾਰੋਬਾਰੀ ਹੋ ਸਕਦੇ ਨੇ, ਕਿਉਂਕਿ ਰੋਟੀ ਤਾਂ ਹਰ ਕਿਸੇ ਘਰ ਦਾ ਮਸਲਾ ਹੈ, ਹਰ ਚੁੱਲ੍ਹੇ ਦਾ ਮਸਲਾ ਹੈਗਾ। ਇਸ ਕਰਕੇ ਆਪਾਂ ਇਹਨੂੰ ਛੋਟੇ ਕੈਨਵਸ ਦੇ ਵਿੱਚ ਨਾ ਦੇਖੀ, ਇਕੱਲੇ ਰੂਰਲ ਦੇ ਵਿੱਚ, ਇਹ ਸ਼ਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਲਿਪਟ ਹੈ, ਕਿਉਂਕਿ ਬਹੁਤ ਵੱਡੀ ਆਬਾਦੀ ਹੈ ਜਿਹੜੀ ਹੁਣ ਪ੍ਰਵਾਸ ਕਰਕੇ ਸ਼ਹਿਰਾਂ ਦੇ ਵਿੱਚ ਜਾ ਚੁੱਕੀ ਹੈ, ਰੂਰਲ ਆਬਾਦੀ ਵੀ ਜਿਹੜੀ ਹੈਗੀ ਹੈ। ਤਾਂ ਜਿਹੜਾ ਇੱਕ ਅਸੀਂ ਕਹਿ ਰਹੇ ਸੀ ਕਿ ਜਨ ਅੰਦੋਲਨ ਦੀ ਇੱਕ ਟੈਸਟਿੰਗ ਸੀ, ਇਹ ਦੂਜੀ, ਇਹ ਪਹਿਲਾਂ ਤਾਂ ਅਸੀਂ ਕਹਿੰਦੇ ਕਿ ਭਾਰਤ ਬੰਦ 'ਚ ਬਹੁਤ ਵੱਡਾ ਸਾਥ ਦਿੱਤਾ, ਜਿਸ ਤੋਂ ਸਾਬਤ ਹੋਇਆ ਕਿ ਜਨ ਅੰਦੋਲਨ ਹੈ, ਕਿਸਾਨਾਂ ਦਾ ਅੰਦੋਲਨ ਨਹੀਂ ਇਕੱਲਾ। ਸੈਕਿੰਡ, ਇਹ ਚੋਣ ਦੇ ਨਤੀਜੇ ਹੈਗੇ ਨੇ ਜਿਨ੍ਹਾਂ ਨੇ ਇੱਕ ਮੋਹਰ ਲਾ ਦਿੱਤੀ ਇੱਕ ਤਰ੍ਹਾਂ ਦੀ। ਤੇ ਇਹ ਵੀ ਇੱਕ ਸਾਡੇ ਕੋਲ ਹੁਣ ਇੱਕ ਪੈਰਾਮੀਟਰ ਜਾਂ ਆਪਾਂ ਥਰਮਾਮੀਟਰ ਕਹਿ ਸਕਦੇ ਹਾਂ, ਜਿਹਤੋਂ ਅਸੀਂ ਅੰਕਲਨ ਕੀਤਾ ਹੈਗਾ ਕਿ ਲੋਕ ਹੈ ਜਿਹੜੇ ਉਹ ਰੂਲਿੰਗ ਪਾਰਟੀ ਦੇ ਪੱਖ ਦੇ ਵਿੱਚ ਭੁਗਤੇ ਨੇ, ਕਿਉਂਕਿ ਕਾਂਗਰਸ ਪਾਰਟੀ ਨੇ ਆਤਿਸ਼ ਕੋਈ ਇੱਦਾਂ ਦਾ ਮੌਕਾ ਨਹੀਂ ਦਿੱਤਾ। ਜਦੋਂ ਤੋਂ ਇਹ ਕਿਸਾਨ ਘੋਲ ਚੱਲਿਆ 1 ਸਤੰਬਰ ਤੋਂ ਪੰਜਾਬ ਦੇ ਵਿੱਚ, ਆਪਾਂ ਇਹ ਨਹੀਂ ਕਹਿ ਸਕਦੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ, ਉਹਨਾਂ ਦੇ ਕਰਜ਼ੇ ਮਾਫ ਕਰ ਦਿੱਤੇ, ਜਾਂ ਲੋਕਾਂ ਨੂੰ ਮੁਆਵਜ਼ੇ ਦੇ ਦਿੱਤੇ, ਜਾਂ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰ ਦਿੱਤੀਆਂ। ਉਹ ਜਿਉਂਦੀਆਂ ਤਿਉਂ ਖੜੀਆਂ ਨੇ, ਪਰ ਖੇਤੀ ਕਾਨੂੰਨਾਂ ਦੇ ਖਿਲਾਫ ਜਿਹੜਾ ਲੈ ਕੇ ਕਿਸਾਨਾਂ ਨੇ ਸੈਂਟਰ ਨਾਲ ਟੱਕਰ ਲਈ ਹੋਈ ਸੀ। ਜਦੋਂ ਤੋਂ ਘੋਲ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਪੰਜਾਬ ਕਾਂਗਰਸ ਨੇ ਕੋਈ ਇਸ ਕਿਸਮ ਦਾ ਨੈਗੇਟਿਵ ਪ੍ਰਭਾਵ ਨਹੀਂ ਦਿੱਤਾ, ਚਾਹੇ ਉਹ ਖੇਤੀ ਸੋਧ ਬਿੱਲ ਬਣਾਉਣੇ ਹੋਣ, ਚਾਹੇ ਕਿਸਾਨਾਂ ਤੇ ਦਰਜ ਹੋਏ ਪਰਚੇ ਆ ਜਿਹੜੇ ਉਹ ਵਾਪਸ ਲੈਣੇ ਹੋਣ, ਜਾਂ ਕਿਸਾਨਾਂ ਦੀ ਇੰਨੀ ਸਪੋਰਟ ਕਰਨੀ ਹੋਵੇ। ਉਹਦੇ ਨਾਲ ਜਿਹੜਾ ਇੱਕ ਨੈਗੇਟਿਵ ਪੁਆਇੰਟ ਇਹਨਾਂ ਚੋਣਾਂ ਦੇ ਵਿੱਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਂਗਰਸ ਦੇ ਖਿਲਾਫ ਨਹੀਂ ਜਾ ਸਕਿਆ। ਦੂਸਰੀ ਤਰਫ ਸਾਡੇ ਕੋਲ ਸੀਗੀ ਭਾਜਪਾ, ਜਿਹਨੇ ਕੋਈ ਪੋਜ਼ੀਟਿਵ ਸਾਨੂੰ ਇਸ ਤਰ੍ਹਾਂ ਦਾ ਜੈਸਚਰ ਦਿੱਤਾ ਹੀ ਨਹੀਂ ਸੀਗਾ। ਇਸ ਕਰਕੇ ਉਹਨਾਂ ਨੂੰ ਇਹ ਰਿਜ਼ਲਟ ਫੇਸ ਕਰਨੇ ਪਏ। ਉਹਨਾਂ ਦਾ ਸਭ ਤੋਂ ਵੱਡਾ ਆਪਾਂ ਕੀ ਦੇਖ ਸਕਦੇ ਹੈਗੇ ਆ ਕਿ ਜਿਹੜਾ ਉਹਨਾਂ ਦਾ ਪ੍ਰਧਾਨ ਹੈ ਭਾਜਪਾ ਦਾ, ਅਸ਼ਵਨੀ ਸ਼ਰਮਾ, ਉਹਦੀ ਆਪਣੀ ਪਠਾਨਕੋਟ ਸੀਟ 'ਤੇ ਉਹਨਾਂ ਨੂੰ 11 ਸੀਟਾਂ ਮਿਲ ਸਕੀਆਂ ਨੇ। ਤੀਕਸ਼ਣ ਸੂਦ ਦਾ ਹਲਕਾ ਹੈ ਹੁਸ਼ਿਆਰਪੁਰ, ਉਹਨਾਂ ਨੂੰ ਸਿਰਫ 4 ਸੀਟਾਂ ਮਿਲੀਆਂ ਹੈਗੀਆਂ ਨੇ। ਇਸ ਤਰ੍ਹਾਂ ਜੈਨੀ ਦਾ ਫਾਜ਼ਿਲਕਾ ਤੇ ਅਬੋਹਰ ਹੈ, ਅਬੋਹਰ ਦੇ ਵਿੱਚ 1 ਸੀਟ ਵੀ ਜਿਹੜੀ ਭਾਜਪਾ ਨਹੀਂ ਜਿੱਤ ਸਕੀ। ਫਾਜ਼ਿਲਕਾ ਦੇ ਵਿੱਚ ਸਿਰਫ 4 ਸੀਟਾਂ ਭਾਜਪਾ ਨੂੰ ਮਿਲੀਆਂ ਹੈਗੀਆਂ ਨੇ। ਬਠਿੰਡਾ ਨਗਰ ਨਿਗਮ ਦੀਆਂ ਜਿਹੜੀਆਂ 50 ਸੀਟਾਂ ਨੇ, ਉਹਦੇ ਵਿੱਚ ਸਿਰਫ ਇੱਕਾ ਦੁੱਕਾ ਥਾਵਾਂ ਤੇ ਜਿਹੜੀ ਭਾਜਪਾ ਹੈ ਉਹ ਦੂਜੇ ਨੰਬਰ ਤੇ ਆਈ ਹੈ, ਅਦਰਵਾਈਜ਼ ਉਹ ਤੀਸਰੇ ਨੰਬਰ ਤੇ ਆਈ ਵੀ ਹੈ। ਤਾਂ ਇਹ ਵੀ ਦੇਖਣਾ ਪਏਗਾ। ਇਸ ਤਰ੍ਹਾਂ ਮੁੱਖ ਮੰਤਰੀ ਦਾ ਡਿਸਟ੍ਰਿਕਟ ਹੈਗਾ ਪਟਿਆਲਾ ਦੇ ਵਿੱਚ, ਚਾਹੇ ਉਹ ਨਾਭਾ ਹੋਵੇ, ਚਾਹੇ ਉਹ ਪਾਤੜਾ ਹੋਵੇ, ਚਾਹੇ ਉਹ ਸਮਾਣਾ ਹੋਵੇ,
ਇਹ ਤਿੰਨਾਂ ਦੇ ਵਿੱਚ ਕਿਤੇ ਵੀ ਨਾ ਤਾਂ ਭਾਜਪਾ ਦਾ ਖਾਤਾ ਖੁੱਲ੍ਹਿਆ, ਨਾ ਆਮ ਆਦਮੀ ਪਾਰਟੀ ਦਾ ਖਾਤਾ ਖੁੱਲ੍ਹਿਆ। ਇੱਧਰ ਆਪਾਂ ਦੇਖਦੇ ਹੈਗੇ ਤੁਹਾਡੇ ਰਾਜਪੁਰੇ, ਇੱਥੇ ਠੀਕ ਹੈ ਕਿ 2 ਸੀਟਾਂ ਉਹ ਭਾਜਪਾ ਵਾਲੇ ਲੈ ਗਏ ਹੈਗੇ ਨੇ। ਬਾਕੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਇਹਨਾਂ ਨੂੰ ਗੜ੍ਹ ਮੰਨਿਆ ਜਾਂਦਾ ਹੈਗਾ, ਉੱਥੇ ਵੀ ਕੋਈ ਸੀਟ ਹੈ ਜਿਹੜੀ ਉਹ ਭਾਜਪਾ ਕੋਈ ਹਾਸਲ ਨਹੀਂ ਕਰ ਸਕੀ। ਤਾਂ ਇਹ ਕਿਸਾਨੀ ਅੰਦੋਲਨ ਦੇ ਪ੍ਰਭਾਵ ਹੀ ਨੇ ਜਿਹੜੇ ਸਾਨੂੰ ਕਿਸਾਨੀ ਅੰਦੋਲਨ ਨੇ ਬੜੀ ਸਾਫ਼ ਇੱਕ ਸੁਨੇਹਾ ਵੀ ਦਿੱਤਾ ਹੈ, ਇੱਕ ਸੰਕੇਤ ਵੀ ਦਿੱਤੇ ਨੇ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਰੋਹ ਹੈ ਜੇ ਦੇਖਣਾ ਹੈ ਤਾਂ ਸੈਂਟਰ ਨੂੰ ਹੁਣ ਪੰਜਾਬ ਦੀ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਚਰਨਜੀਤ ਜੀ, ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦੇ ਨਤੀਜੇ ਤਾਂ 3 ਦਿਨਾਂ ਬਾਅਦ ਜਿਹੜੇ ਹੈਗੇ ਆ ਗਏ ਨੇ। ਜੇਕਰ ਅਸੀਂ ਗੱਲ ਕਰੀਏ ਕਿਸਾਨੀ ਸੰਘਰਸ਼ ਦੀ, ਤਾਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ 18 ਫਰਵਰੀ ਨੂੰ ਦੇਸ਼ ਭਰ ਦੇ ਵਿੱਚ ਰੇਲਾਂ ਰੋਕਣ ਦਾ ਜਿਹੜਾ ਪ੍ਰੋਗਰਾਮ ਉਲੀਕਿਆ ਹੋਇਆ, ਜਿਹਦੀ ਕਿ ਤਿਆਰੀਆਂ ਦੇਸ਼ ਭਰ 'ਚ ਕੀਤੀਆਂ ਜਾ ਰਹੀਆਂ ਨੇ। ਅਸੀਂ ਜਾਣਨਾ ਚਾਹਾਂਗੇ ਵੀ ਕਿ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਤੱਕ ਕਿਸ ਤਰ੍ਹਾਂ ਦੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਚੁੱਕੀਆਂ ਨੇ। ਦੇਖੋ, ਕੱਲ੍ਹ ਨੂੰ ਆਲਰੇਡੀ ਪ੍ਰੋਗਰਾਮ ਦਿੱਤਾ ਹੋਇਆ ਸੀ ਸੰਯੁਕਤ ਕਿਸਾਨ ਮੋਰਚੇ ਨੇ। ਇਸ ਤੋਂ ਪਹਿਲਾਂ ਜਿਹੜੀਆਂ 6 ਤਰੀਕ ਦਾ ਚੱਕਾ ਜਾਮ ਪ੍ਰੋਗਰਾਮ ਸੀਗਾ, ਤੇ ਹੁਣ ਰੇਲਾਂ ਜਿਹੜੀਆਂ ਰੋਕਣ ਦਾ ਪ੍ਰੋਗਰਾਮ ਕੱਲ੍ਹ ਦਾ ਹੈਗਾ, ਤੇ ਉਹਦੇ ਲਈ ਤਿਆਰੀਆਂ ਸਾਰੀਆਂ ਇਹਨਾਂ ਨੇ ਮੁਕੰਮਲ ਕਰ ਲਈਆਂ ਹੈਗੀਆਂ ਨੇ। ਨੋ ਡਾਊਟ ਕਿ ਪੰਜਾਬ ਦੇ ਵਿੱਚ ਤਾਂ ਕਿਉਂਕਿ ਪਹਿਲਾਂ ਹੀ 1 ਮਹੀਨਾ ਤਕਰੀਬਨ ਅਸੀਂ ਰੇਲਾਂ ਰੋਕੀਆਂ ਨੇ, ਪਟੜੀਆਂ ਰੋਕੀਆਂ ਨੇ, ਤੇ ਪੰਜਾਬ ਦੇ ਵਿੱਚ ਤਾਂ ਕੋਈ ਦਿੱਕਤ ਨਹੀਂ ਲੱਗਦੀ। ਇਸ ਤਰ੍ਹਾਂ ਹਰਿਆਣਾ ਦੇ ਵਿੱਚ ਵੀ ਜਿਹੜੀਆਂ ਟ੍ਰੇਨਾਂ ਹੈਗੀਆਂ ਨੇ ਉਹ ਰੋਕੀਆਂ ਜਾਣੀਆਂ ਹੈਗੀਆਂ ਨੇ। ਇਹ ਵੀ ਇੱਕ ਮੈਨੂੰ ਇਹ ਲੱਗਦਾ ਕਿ ਸੰਯੁਕਤ ਕਿਸਾਨ ਮੋਰਚਾ ਇੱਕ ਟੈਸਟ ਕਰ ਰਿਹਾ ਹੈਗਾ, ਇਹ ਵੀ ਉਹਨਾਂ ਦੀ ਇੱਕ ਟੈਸਟਿੰਗ ਹੈਗੀ ਹੈ, ਕਿਉਂਕਿ ਇਹਦੇ ਜ਼ਰੀਏ ਉਹ ਦੇਖ ਸਕਣਗੇ ਕਿ ਇਹਦਾ ਪ੍ਰਭਾਵ ਬਾਕੀ ਇੰਡੀਆ 'ਚ ਕਿੱਥੇ ਕਿੱਥੇ ਹੈ। ਔਰ ਸੈਂਟਰ ਗੌਰਮੈਂਟ ਨੇ ਵੀ ਇਸ ਗੱਲ 'ਤੇ ਨਜ਼ਰ ਲਈ ਹੈ ਕਿ ਜਿਹੜੇ ਇਹਨਾਂ ਦੀ ਕਾਲ ਹੈ ਇਸ ਨੂੰ ਸਾਰੇ ਸਮੁੱਚੇ ਹਿੰਦੁਸਤਾਨ 'ਚ ਕਿੰਨਾ ਕੁ ਹੁੰਗਾਰਾ ਮਿਲਦਾ ਹੈਗਾ। ਪਰ ਪਿਛਲੇ ਦਿਨਾਂ 'ਚ ਅਸੀਂ ਦੇਖਦੇ ਜਿਸ ਤਰ੍ਹਾਂ ਕੱਲ੍ਹ ਨੂੰ ਵੀ ਉੱਥੇ ਇੱਕ ਮਹਾ ਪੰਚਾਇਤ ਹੋ ਰਹੀ ਹੈ ਗੰਗਾਨਗਰ ਦੇ ਵਿੱਚ, ਇਸ ਤਰ੍ਹਾਂ ਉੱਥੇ ਵੀ ਲੱਗਦਾ ਕਿ ਰੇਲਾਂ ਰੋਕੀਆਂ ਜਾ ਸਕਦੀਆਂ ਨੇ। ਤੇਲੰਗਾਨਾ ਦੇ ਵਿੱਚ ਬਹੁਤ ਵੱਡਾ ਜਿਹੜਾ ਇਕੱਠ ਹੋਇਆ ਹੈਗਾ। ਵੈਸਟ ਬੰਗਾਲ ਦੇ ਵਿੱਚ ਚਾਹੇ ਲੋਕ ਖੁੱਲ੍ਹ ਕੇ ਨਹੀਂ ਤੁਰੇ, ਪਰ ਉੱਥੇ ਪਤਾ ਲੱਗਿਆ ਕਿ ਉੱਥੇ ਪੋਲੀਟੀਕਲ ਸੀਨ 'ਤੇ ਬੜਾ ਅਸਰ ਹੈ ਜਿਹੜਾ ਕਿਸਾਨ ਕਾਨੂੰਨ ਜਿਹੜੇ ਖੇਤੀ ਕਾਨੂੰਨ ਹੈ ਉਹ ਪਾ ਰਹੇ ਨੇ। ਤੇ ਕਰਨਾਟਕਾ ਦੇ ਵਿੱਚ ਪਹਿਲਾਂ ਜਿਹੜਾ ਬੰਦ ਹੋਇਆ ਉਹਨੂੰ ਬੜੀ ਵਧੀਆ ਹੁੰਗਾਰਾ ਮਿਲਿਆ ਸੀ। ਸਮੁੱਚੇ ਹਿੰਦੁਸਤਾਨ ਉਧਰੋਂ ਤਰਾਈ ਦੇ ਸਿੱਖ ਹੈਗੇ ਨੇ, ਚਾਹੇ ਗੁਜਰਾਤ ਵਾਲੇ ਹੈਗੇ ਨੇ, ਸਾਰੇ ਕਿਤੇ ਥੋੜ੍ਹਾ ਬਹੁਤਾ ਲੱਗੇਗਾ। ਬਾਕੀ ਤਾਂ ਕੱਲ੍ਹ ਸਾਹਮਣੇ ਆਏਗਾ। ਔਰ ਇਹ ਅੰਦੋਲਨ ਨੂੰ ਰੋਕਣ ਲਈ, ਕੱਲ੍ਹ ਵਾਲੇ ਪ੍ਰੋਗਰਾਮ ਨੂੰ ਰੋਕਣ ਲਈ ਸਭ ਤੋਂ ਵੱਡੀ ਪੱਧਰ 'ਤੇ ਜੇ ਤਿਆਰੀ ਕੀਤੀ ਹੈ ਤਾਂ ਹਰਿਆਣਾ ਗੌਰਮੈਂਟ ਨੇ ਕੀਤੀ ਵੀ ਹੈ। ਹਰਿਆਣਾ ਦੀ ਪੁਲਿਸ ਨੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈਗੀ ਹੈ। ਔਰ ਜਿਹੜੇ ਉਹਨਾਂ ਨੇ ਮੇਨ ਜਿਹੜੇ ਰੇਲਵੇ ਸਟੇਸ਼ਨ ਹੈ ਉੱਥੇ ਉਹਨਾਂ ਨੇ ਆਪਣੀ ਵੱਡੀ ਗਿਣਤੀ 'ਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ। ਹੋ ਸਕਦਾ ਕੱਲ੍ਹ ਨੂੰ ਕੋਈ ਕਲੈਸ਼ ਹੋ ਜੇ ਕਿ ਜਦੋਂ ਲੋਕ ਜਾਣਗੇ ਉਹਨਾਂ ਦੀ ਅਰੈਸਟ ਵੀ ਹੋ ਸਕਦੀ ਹੈ। ਔਰ ਕਿਸਾਨ ਆਗੂ ਨੇ ਖਾਸਾ ਜ਼ਾਹਰ ਕੀਤਾ ਕਿ ਅੱਜ ਵੀ ਅਰੈਸਟਾਂ ਜਿਹੜੀਆਂ ਸ਼ੁਰੂ ਹੋ ਸਕਦੀਆਂ ਨੇ। ਤਾਂ ਇਹ ਇੱਕ ਵਧੀਆ ਕਿਸਾਨ ਵੀ ਆਪਣੇ ਆਪ ਨੂੰ ਟੈਸਟ ਕਰ ਲੈਣਗੇ। ਮਹਾ ਪੰਚਾਇਤਾਂ ਦਾ ਸਿਲਸਿਲਾ ਤਾਂ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਰੋਕਤਾ ਕਿਸਾਨਾਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਪਾਂ ਦਿੱਲੀ ਹੈ ਜਿਹੜੀ ਉਹ ਸੁਣਨੀ ਨਹੀਂ ਛੱਡਣੀ, ਉੱਥੇ ਵੀ ਆਪਾਂ ਉਹ ਜਿਹੜਾ ਆਪਣਾ ਇਕੱਠ ਬਣਿਆ ਹੋਇਆ ਹੈ ਉਹਨੂੰ ਬਰਕਰਾਰ ਰੱਖਣਾ ਹੈਗਾ। ਤਾਂ ਇਹ ਮੈਨੂੰ ਲੱਗਦਾ ਕਿ ਇਹ ਅੰਦੋਲਨ ਨੂੰ ਇੱਕ ਵੱਡਾ ਹਲੂਣਾ ਦੇਗਾ ਜਿਹੜਾ ਕੱਲ੍ਹ ਵਾਲਾ ਪ੍ਰੋਗਰਾਮ ਹੈ, ਜਿਹਦੇ ਲਈ ਤਿਆਰੀਆਂ ਸਾਰੀਆਂ ਮੁਕੰਮਲ ਨੇ। ਜੀ ਚਰਨਜੀਤ ਜੀ, ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜਿਹੜਾ ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਵੀ ਕਿ ਹਾਕਮ ਧਿਰ ਵੱਲੋਂ ਜਿੱਤ ਦੀ ਖੁਸ਼ੀ ਦੇ ਵਿੱਚ ਵੱਡੇ ਵੱਡੇ ਜਸ਼ਨ ਕੀਤੇ ਜਾ ਰਹੇ ਨੇ, ਪਰ ਇੱਕ ਪਾਸੇ ਜਿੱਥੇ ਕਿਸਾਨ ਅੰਦੋਲਨ ਚੱਲ ਰਿਹਾ, ਅਜਿਹੇ ਸਮੇਂ ਦੇ ਵਿੱਚ ਜਿਹੜਾ ਹੈਗਾ ਢੋਲ ਧਮਾਕੇ ਜਿੰਨੇ ਵੀ ਕੀਤੇ ਜਾ ਰਹੇ ਨੇ, ਤੁਸੀਂ ਇਹਨਾਂ ਨੂੰ ਕਿਵੇਂ ਦੇਖ ਰਹੇ ਹੋ? ਦੇਖੋ, ਵੈਸੇ ਤਾਂ ਆਪਾਂ ਦੇਖੀਏ ਵੀ ਹੁਣ ਤੱਕ ਹਮਦਰਦੀ ਹੈਗੀ ਹੈ ਪੋਲੀਟੀਕਲ ਪਾਰਟੀਆਂ ਨੇ ਉਹ ਕਿਸਾਨਾਂ ਦੇ ਨਾਲ ਹੀ ਜ਼ਾਹਰ ਕੀਤੀ ਹੈਗੀ ਹੈ। ਹਰ ਦੁੱਖ ਸੁੱਖ ਦੀ ਘੜੀ ਦੇ ਵਿੱਚ ਪਾਰਟੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜ੍ਹਦੀਆਂ ਰਹੀਆਂ ਨੇ। ਤੇ ਖਾਸ ਕਰਕੇ ਜਿਹੜੀ ਕਿਸਾਨਾਂ ਦੀ ਉੱਥੇ ਮੌਤ ਹੋਈ ਆ, ਹੁਣ ਤੱਕ 230 ਕਿਸਾਨ ਦੀ ਡੈਥ ਹੋਈ ਹੈ, ਤਾਂ ਉਹਦੇ ਲਈ ਅਮਰਿੰਦਰ ਸਿੰਘ ਖਾਸ ਤੌਰ 'ਤੇ ਆਪਣੇ ਜਿਹੜੇ ਮੌਨ ਤੋਂ 2-3 ਵਾਰੀ ਮੌਨ ਵੀ ਧਾਰਿਆ ਉਹਨਾਂ ਨੇ, ਸ਼ਰਧਾ ਦੇ ਫੁੱਲ ਵੀ ਭੇਟ ਕੀਤੇ, ਉਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਵੀ ਅਨਾਊਂਸ ਕੀਤਾ ਹੈਗਾ। ਤੇ ਇਹ ਚੰਗੀ ਗੱਲ ਹੁੰਦੀ ਕਿ ਹੁਣ ਅੱਜ ਜਿਸ ਤਰ੍ਹਾਂ ਦੀਆਂ ਤਸਵੀਰਾਂ ਅਸੀਂ ਪੜ੍ਹ ਰਹੇ ਹਾਂ, ਚਾਹੇ ਉਹ ਦੇਖ ਰਹੇ ਹਾਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਰੂਲਿੰਗ ਪਾਰਟੀ ਕਾਂਗਰਸ ਹੋਵੇ, ਸਾਰਿਆਂ ਦੇ ਢੋਲ ਵੱਜ ਰਹੇ ਨੇ, ਜਿੱਤ ਦੀ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਨੇ ਤੇ ਗੁਲਾਲ ਪਾਇਆ ਜਾ ਰਿਹਾ ਹੈ। ਈਵਨ 1-2 ਥਾਵਾਂ 'ਤੇ ਤਾਂ ਗੋਲੀ ਵੀ ਚਲਾਈ ਹੈ ਖੁਸ਼ੀ ਦੇ ਵਿੱਚ। ਤਾਂ ਮਾਰਚ ਕੱਢੇ ਜਾ ਰਹੇ ਨੇ, ਪੈਦਲ ਮਾਰਚ, ਜਿੱਤ ਦੇ ਮਾਰਚ ਕੱਢੇ ਜਾ ਰਹੇ ਨੇ। ਤਾਂ ਚੰਗਾ ਹੁੰਦਾ ਕਿ ਕਾਂਗਰਸ ਪਾਰਟੀ ਇਹ ਜਿੱਤ ਨੂੰ ਇੱਕ ਤਰ੍ਹਾਂ ਦਾ ਹਜ਼ਮ ਵੀ ਕਰਦੀ ਔਰ ਇਹ ਪ੍ਰਭਾਵ ਦਿੰਦੀ, ਤਾਂ ਉਸ ਦਾ ਬਹੁਤ ਅੱਛਾ ਅਸਰ ਜਾਣਾ ਸੀਗਾ ਕਿ ਆਪਣੇ ਵਰਕਰਾਂ ਨੂੰ ਆਲਰੇਡੀ ਕਹਿੰਦੀ ਕਿ ਜਿੱਤ ਨੂੰ ਤੁਸੀਂ ਪਹੁੰਚਾਉਣਾ ਹੈਗਾ ਕਿਸੇ ਕਿਸਮ ਦਾ, ਕਿਉਂਕਿ ਮਾਹੌਲ ਇਸ ਕਿਸਮ ਦਾ ਚੱਲ ਰਿਹਾ ਕਿ ਸਾਡੇ 230 ਕਿਸਾਨ ਹੈ ਜਿਹੜੇ ਉਹ ਮੌਤ ਦੇ ਮੂੰਹ 'ਚ ਜਾ ਚੁੱਕੇ ਨੇ ਔਰ ਕਿਸਾਨ ਬੜੀ ਵਿਪਤਾ 'ਚ ਨੇ। ਕਿਸਾਨਾਂ ਦੇ ਜਿਹੜੇ ਚੁੱਲ੍ਹੇ ਹੈ ਜਾਂ ਘਰ ਹੈ ਉਹ ਠੰਡੇ ਹੋਏ ਹੋਏ ਨੇ। ਤਾਂ ਇਹ ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਜਿਹੜੀ ਜਿੱਤ ਜਸ਼ਨ ਮਨਾਉਣੇ ਵੱਡੀ ਪੱਧਰ ਤੇ ਉਹ ਸ਼ੋਭਾ ਨਹੀਂ ਦਿੰਦੇ। ਇੱਕ ਸੰਕੇਤਕ ਤੌਰ ਤੇ ਇਹ ਕਾਂਗਰਸ ਪਾਰਟੀ ਨੂੰ ਕੋਈ ਨਾ ਕੋਈ ਫੈਸਲਾ ਪਹਿਲਾਂ ਕਰ ਲੈਣਾ ਚਾਹੀਦਾ ਸੀਗਾ, ਕਿਉਂਕਿ ਇਹ ਨਹੀਂ ਹੁਣ ਆਪਾਂ ਕਹਿ ਸਕਦੇ ਕਿ ਕਾਂਗਰਸ ਇਸ ਗੱਲ ਨੂੰ ਕੋਈ ਟਾਰ ਮਾਰੇ ਕਿ ਜੀ ਅਸੀਂ ਡਿਵੈਲਪਮੈਂਟ ਦੇ ਨਾਂ 'ਤੇ ਜਿੱਤ ਗਏ ਨੇ। ਬਹੁਤ ਚੀਜ਼ਾਂ ਇਸ ਅੰਦੋਲਨ ਨੇ ਜਿਹੜੀਆਂ
ਇਹਨਾਂ ਚੋਣਾਂ ਨੇ ਸਾਫ਼ ਵੀ ਕੀਤੀਆਂ ਨੇ। ਜਿਵੇਂ ਭਾਜਪਾ ਦੀ ਧਰੁਵੀਕਰਨ ਦੀ ਨੀਤੀ ਹੁਣ ਤੱਕ ਰਹੀ ਹੈ, ਉਹ ਇਹਦੇ ਵਿੱਚ ਚੱਲ ਨਹੀਂ ਸਕੀ। ਕਮਿਊਨਲ ਏਜੰਡਾ ਇਹਨਾਂ ਚੋਣਾਂ 'ਚ ਨਹੀਂ ਚੱਲ ਸਕਿਆ। ਇਹ ਬਹੁਤ ਚੀਜ਼ਾਂ ਜਿਹੜੀਆਂ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਹੈ, ਜੇਤੂਆਂ ਨੂੰ ਬਚਾਉਣਾ ਚਾਹੀਦਾ ਹੈ। ਅੱਗੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਹੈ, ਕਿਉਂਕਿ ਟਾਈਮ ਥੋੜ੍ਹਾ ਸਰਕਾਰ ਕੋਲੇ, ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਹੈ। ਜਿਹੜੇ ਲੋਕ ਹਾਰ ਗਏ ਉਹਨਾਂ ਨੂੰ ਇਸ ਹਾਰ ਤੋਂ ਜਿਹੜਾ ਸਬਕ ਲੈਣਾ ਚਾਹੀਦਾ ਹੈ, ਉਹਨਾਂ ਨੂੰ ਆਪਣੀ ਪੜਚੋਲ ਕਰਨੀ ਚਾਹੀਦੀ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।